ਮੇਰੇ ਕੁਝ ਦੋਸਤ ਹੈ ਜਿਹੜੇ ਪਾਕਿਸਤਾਨ 'ਚ ਰਹਿੰਦੇ ਹੈਗੇ ਆ ਤਾਂ ਉਹ ਕਹਿੰਦੇ ਵੀ ਤੁਸੀਂ ਦੱਸੋ ਤੁਹਾਡੇ ਲਈ ਮੈਂ ਕੀ ਲੈ ਕੇ ਆਵਾਂ। ਮੈਂ ਕਿਹਾ ਮੇਰੇ ਲਈ ਜੇ ਕੋਈ ਕੰਮ ਕਰਨਾ ਇੱਕੋ ਕੰਮ ਕਰਨਾ ਹੈ। ਉਹਨੂੰ ਇਹੀ ਰਿਕੁਐਸਟ ਕੀਤੀ ਫਿਰ ਤੁਸੀਂ ਉਸ ਜਗ੍ਹਾ ਦੀ ਜਿੱਥੇ ਭਗਤ ਸਿੰਘ ਚੱਲ ਕੇ ਗਿਆ, ਜਿਸ ਮਿੱਟੀ ਦੇ ਉੱਤੇ, ਜਿਸ ਮਿੱਟੀ 'ਤੇ ਉਹਦਾ ਖੂਨ ਡੁੱਲਿਆ ਹੋਏਗਾ, ਜਦੋਂ ਸਰੀਰ ਦੇ ਟੋਟੇ ਕੀਤੇ ਹੋਣਗੇ, ਤਾਂ ਉੱਥੇ ਦੀ ਮਿੱਟੀ ਮੇਰੇ ਕੋਲ ਲੈ ਕੇ ਆਓ ਪਲੀਜ਼। ਮੈਂ ਉਹ ਮਿੱਟੀ ਦੋਨੇ ਹੱਥਾਂ 'ਚ ਗ੍ਰਹਿਣ ਕੀਤੀ, ਸਿਰ ਮੱਥੇ ਨਾਲ ਲਗਾਈ, ਔਰ ਜਦੋਂ ਮੈਂ ਉਸ ਮਿੱਟੀ ਨੂੰ ਛੂ ਰਿਹਾ ਸੀਗਾ तो मैनू एक इस तरह का ਔਰਾ महसूस हो रहा ਸੀ कि भगत सिंह, राजगुरु सुखदेव चाहे शरीरिक रूप साडे नाल नहीं है, लेकिन वो मेरे तो ज़्यादा दूर भी नहीं है। भगत सिंह एक आदमी का नाम नहीं है, भगत सिंह एक सोच का नाम है, भगत सिंह एक संस्था, एक विचारधारा का नाम है। 23 साल उम्र की उम्र होती है, वो इन्नी पुख्ता सोच सी कि देश की आज़ादी वास्ते कि उस बंदे नूं मरन का चाह ही चढ़िया रहा। बहुत सारे लोग ने जिन्हों शहीदों के नाम तक नहीं पता। ਤੁਹਾਡਾ ਇੰਨੀ ਤੁਹਾਡੇ ਦਿਲ ਦੇ ਵਿੱਚ ਭਾਵਨਾਵਾਂ ਸ਼ਹੀਦਾਂ ਪ੍ਰਤੀ, ਦੇਸ਼ ਪ੍ਰਤੀ, ਇਹ ਕਿਵੇਂ ਜਾਗਰੂਕ ਹੁੰਦੀ ਹੈ? ਕਿਉਂਕਿ ਮੇਰਾ ਖੁਦ ਆਪਣਾ ਜਨਮ ਉਸ ਮੁਹੱਲੇ 'ਚ ਹੋਇਆ ਹੈ ਜਿੱਥੇ ਸ਼ਹੀਦ ਸੁਖਦੇਵ ਦਾ ਜਨਮ ਹੋਇਆ ਸੀਗਾ, ਤਾਂ ਮੈਂ ਵੀ ਉਸੇ ਨਲਕੇ ਦਾ ਪਾਣੀ ਪੀਤਾ ਜਿੱਥੇ ਦਾ ਸ਼ਹੀਦ ਸੁਖਦੇਵ ਨੇ ਪੀਤਾ ਸੀਗਾ। ਭਗਤ ਸਿੰਘ ਦੇ ਨਾਲ ਜਿਨ੍ਹਾਂ ਨੇ ਸੈਂਟਰਲ ਅਸੈਂਬਲੀ ਵਿੱਚ ਬੰਬ ਸਿੱਟਿਆ ਸੀਗਾ, ਬਟੂਕੇਸ਼ਵਰ ਦੱਤ, ਮੈਂ ਉਹਨਾਂ ਦੇ ਦਰਸ਼ਨ ਵੀ ਕੀਤੇ ਹੈ। मैं अपने बचपन ਦੇ ਵਿੱਚ ਜਿਹੜੇ ਆਜ਼ਾਦੀ ਘੁਲਾਟੀਏ ਸੀਗੇ, ਕਿਸੇ ਨੇ ਉਮਰ ਕੈਦ ਦੀ ਸਜ਼ਾ ਪਾਈ ਸੀ, ਈਵਨ ਕਾਲੇ ਪਾਣੀ ਸਜ਼ਾ ਪਾਏ ਬੰਦੇ ਵੀ ਮੈਂ ਆਪਣੇ ਬਚਪਨ 'ਚ ਦੇਖੇ ਹੈਗੇ। ਤਾਂ ਉਹਨਾਂ ਚੀਜ਼ਾਂ ਦਾ ਮੇਰੇ ਤੇ ਬੜਾ ਇੰਪ੍ਰੈਸ਼ਨ ਸੀਗਾ। ਵੈਸੇ ਗਲਤੀ ਤਾਂ ਸਾਡੇ ਜਨਰੇਸ਼ਨ ਦੀ ਹੈ, ਜਿਹੜੀ ਉਸ ਜਨਰੇਸ਼ਨ ਸੀਗੀ, ਉਹ ਆਪਣੇ ਬੱਚਿਆਂ ਨੂੰ ਇਹ ਨੌਲੇਜ ਇੰਪਾਰਟ ਨਹੀਂ ਕਰ ਸਕੇ ਹਾਂ ਕਿ ਸਾਡੀ ਨੈਸ਼ਨਲ ਮੂਵਮੈਂਟ, ਆਜ਼ਾਦੀ ਮੂਵਮੈਂਟ ਕੀ ਸੀ। ਸਾਡੇ ਐਸੇ ਕਈ ਪਾਰਟੀਆਂ ਦੇ ਲੀਡਰ ਹੈ ਜਿਹਨੂੰ ਕਿਸੇ ਨੇ ਇੱਕ ਪਾਣੀ ਦਾ ਗਲਾਸ ਵੀ ਪਿਲਾਇਆ ਹੋਵੇਗਾ, ਉਹ ਵੀ MLA ਬਣ ਗਿਆ ਜੀ। ਲੇਕਿਨ ਕਦੇ ਸਾਡੇ ਮਨ 'ਚ ਧਿਆਨ ਨਹੀਂ ਆਇਆ ਕਿ ਇਹ ਲੋਕ ਜਿਹੜੇ ਉਸ ਵੇਲੇ ਛੋਟੀ ਉਮਰਾਂ ਦੇ ਵਿੱਚ ਹੀ ਆਪਣੀ ਜਾਨ ਦੇ ਕੇ ਚਲੇ ਗਏ, ਉਹਨਾਂ ਨੇ ਤਾਂ ਆਜ਼ਾਦੀ ਦਾ ਕੋਈ ਸੁੱਖ ਨਹੀਂ ਮੰਨਿਆ। ਅਸੀਂ ਉਹਨਾਂ ਲਈ ਕੀ ਕੀਤਾ? ਸਾਡੇ ਜਿਹੜੇ ਹੀਰੋਜ਼ ਰਹੇ ਹੈਗੇ, ਉਹ ਸਹੀ ਹੀਰੋ ਚੁਣੀਏ ਅਸੀਂ। ਵੀ ਸ਼ੁੱਡ ਨਾਟ ਵਰਸ਼ਿਪ ਰੋਂਗ ਹੀਰੋਜ਼। ਸਤਿ ਸ਼੍ਰੀ ਅਕਾਲ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਦ। ਦੋਸਤੋ, ਤੁਹਾਡਾ ਵੀ ਜਿਹੜਾ ਕੋਈ ਨਾ ਕੋਈ ਰਿਸ਼ਤੇਦਾਰ ਹੈ, ਦੋਸਤ, ਮਿੱਤਰ, ਸੱਜਣ, ਪ੍ਰੇਮੀ ਫੋਰਨ ਦੇ ਵਿੱਚ ਗਿਆ ਹੋਵੇਗਾ, ਅਤੇ ਅਕਸਰ ਹੀ ਜਦੋਂ ਅਸੀਂ ਫ਼ੋਨ 'ਤੇ ਗੱਲਬਾਤ ਕਰਦੇ ਹਾਂ ਜਾਂ ਜਦੋਂ ਉਹਨਾਂ ਨੇ ਸਾਡੇ ਕੋਲ ਆਉਣਾ ਹੁੰਦਾ ਜਾਂ ਅਸੀਂ ਉਹਨਾਂ ਦੇ ਕੋਲ ਜਾਣਾ ਹੁੰਦਾ, ਤਾਂ ਅਸੀਂ ਪੁੱਛਦੇ ਰਹਿੰਦੇ ਹਾਂ ਕਿ ਮੈਂ ਤੁਹਾਡੇ ਲਈ ਕੀ ਗਿਫਟ ਲੈ ਕੇ ਆਵਾਂ। ਕਿਉਂਕਿ ਅੱਜ ਕੱਲ੍ਹ ਜਿਸ ਹਿਸਾਬ ਨਾਲ ਜ਼ਮਾਨਾ, ਤਾਂ ਬਹੁਤ ਸਾਰੇ ਲੋਕ ਕਹਿ ਵੀ ਦਿੰਦੇ ਆ ਕਿ ਸਾਡੇ ਲਈ ਆਈਫੋਨ ਹੋਣਾ ਚਾਹੀਦਾ, ਸਾਡੇ ਲਈ ਫਲਾਨੀ ਚੀਜ਼ ਲੈ ਕੇ ਆਈ, ਸਾਡੇ ਲਈ ਫਲਾਨੀ ਚੀਜ਼ ਲੈ ਕੇ ਆਈ। ਪਰ ਅੱਜ ਅਸੀਂ ਇੱਕ ਅਜਿਹੇ ਦੋਸਤ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਦੋਸਤ ਤੋਂ ਕੁਝ ਮੰਗਿਆ ਜ਼ਰੂਰ, ਪਰ ਕੀ ਮੰਗਿਆ? ਇੱਕ ਖਾਸ ਚੀਜ਼। ਅਤੇ ਉਹ ਖਾਸ ਚੀਜ਼ ਕੀ ਹੈ, ਉਹਦੇ ਬਾਰੇ ਜਾਣੂ ਅਸੀਂ ਕਰਵਾਉਣੇ ਆ। ਮੇਰੇ ਨਾਲ ਡਾਕਟਰ ਰਵਿੰਦਰ ਵਾਸਤਾਈਨ ਮੌਜੂਦ ਹੋਣਗੇ ਅਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸੋ ਗੱਲਬਾਤ ਉਹਨਾਂ ਦੇ ਨਾਲ ਹੀ ਕਰਦੇ ਹਾਂ। ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਾਰੇ ਦਰਸ਼ਕਾਂ ਦਾ ਅਭਿਨੰਦਨ ਔਰ ਸਵਾਗਤ ਕਰਦਾ। ਪਿਛਲੇ 20 ਤਰੀਕ ਨੂੰ ਮੇਰਾ ਕਰਤਾਰਪੁਰ ਜਿਹੜਾ ਕੋਰੀਡੋਰ ਹੈ, ਉੱਥੇ ਬਾਬਾ ਨਾਨਕ ਜੀ ਦਾ ਜਿਹੜਾ ਦਰਸ਼ਨੀ ਸਥਲ ਹੈ, ਉੱਥੇ ਜਾਣ ਦਾ ਮੈਨੂੰ ਮੌਕਾ ਮਿਲਿਆ। ਮੇਰੀ ਬੜੀ ਦੇਰ ਦੀ ਇੱਛਾ ਸੀ ਕਿ ਉਹ ਲਾਂਘਾ ਖੁੱਲ੍ਹੇ ਔਰ ਮੈਂ ਉੱਥੇ ਜਾ ਕੇ ਆਪਣੀ ਸ਼ਰਧਾ ਜਾ ਕੇ ਪ੍ਰਗਟ ਕਰਾਂ। ਮੇਰੇ ਕੁਝ ਦੋਸਤ ਹੈ ਜਿਹੜੇ ਪਾਕਿਸਤਾਨ 'ਚ ਰਹਿੰਦੇ ਹੈਗੇ ਆ, ਜਿਨ੍ਹਾਂ ਦੇ ਫਾਦਰ ਮੇਰੇ ਫਾਦਰ ਦੇ ਦੋਸਤ ਸੀਗੇ, ਤੋ ਵੀ ਵਰ ਫਰੈਂਡਸ ਥਰੂ ਜਨਰੇਸ਼ਨਸ। ਅਤੇ ਉਹ 1980-81 'ਚ ਇੱਥੇ ਲੁਧਿਆਣੇ ਆਏ ਸੀ ਅਤੇ ਸਾਡੇ ਪਾਸ ਉਹਨਾਂ ਦਾ ਮਿਲਣਾ ਹੋਇਆ ਸੀ। ਬਹੁਤ ਸਾਲਾਂ ਬਾਅਦ ਮੇਰੇ ਫਾਦਰ ਨੂੰ ਮਿਲੇ ਸੀ ਉਹ। ਅਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਬੇਟਾ ਸੀਗਾ ਮਿਸਟਰ ਇਰਫਾਨ ਬਾਰੀ, ਉਹਨਾਂ ਦੇ ਨਾਲ ਆਇਆ ਸੀਗਾ। ਉਹ ਉਮਰ 'ਚ ਮੇਰੇ ਤੋਂ 2-4 ਸਾਲ ਛੋਟਾ ਸੀਗਾ ਔਰ ਮੇਰੇ ਨਾਲ ਉਹਦੀ ਅੱਛੀ ਦੋਸਤੀ ਹੋ ਗਈ। ਫਿਰ ਕਿਸੇ ਵਫਦ ਦੇ ਵਿੱਚ ਮੈਂ 1993 ਵਿੱਚ ਮੈਂ ਖੁਦ ਇੱਕ ਹਫ਼ਤੇ ਲਈ ਪਾਕਿਸਤਾਨ ਗਿਆ ਸੀ ਔਰ ਲਾਹੌਰ ਜਾ ਕੇ ਮੈਂ ਉਹਨਾਂ ਦੇ ਘਰ ਠਹਿਰਿਆ ਸੀਗਾ। ਮੇਰੀ ਬੜੀ ਖਾਤਰ ਤਵੱਜੋ ਉਹਨਾਂ ਨੇ ਕੀਤੀ ਔਰ ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਇੱਕ ਅਲੱਗ ਧਰਮ ਦੇ ਮੰਨਣ ਵਾਲੇ ਔਰ ਅਲੱਗ ਦੇਸ਼ ਦੇ ਵਿੱਚ ਆਇਆ ਹੋਇਆ। ਔਰ ਮੈਨੂੰ ਇੰਨਾ ਉਹਨਾਂ ਨੇ ਪਿਆਰ ਸਤਿਕਾਰ ਦਿੱਤਾ। ਮੈਂ ਖੁਦ ਹਿਸਟਰੀ ਦਾ ਸਟੂਡੈਂਟ ਰਿਹਾ ਔਰ ਹਿਸਟਰੀ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਨੂੰ ਬੜੀ ਬਰੀਕੀ ਨਾਲ ਦੇਖਦਾ ਰਿਹਾ। ਔਰ ਜਦੋਂ ਹੁਣ ਮੈਂ ਕਰਤਾਰਪੁਰ ਸਾਹਿਬ ਲਾਂਘੇ ਜਾਣਾ ਸੀਗਾ, ਤਾਂ ਮੈਂ ਆਪਣੇ ਉਸ ਦੋਸਤ ਨੂੰ ਫ਼ੋਨ ਕੀਤਾ ਕਿ ਮੈਂ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਆਉਣਾ ਹੈ, ਕਿ ਤੁਸੀਂ ਮੈਨੂੰ ਮਿਲਣ ਆ ਜਾਓਗੇ। ਉਹ ਬਹੁਤ ਖੁਸ਼ ਹੋਏ, ਕਹਿੰਦੇ ਅਸੀਂ ਸਿਰ ਦੇ ਬਲ ਮਿਲਣ ਆਵਾਂਗੇ। ਔਰ ਅਸੀਂ 29 ਸਾਲ ਬਾਅਦ ਉਹ ਆਪਣੇ ਦੋਸਤ ਨੂੰ ਮੈਂ ਕਰਤਾਰਪੁਰ ਸਾਹਿਬ ਮਿਲਿਆ ਔਰ ਮੈਂ ਉਹਨਾਂ ਨੂੰ ਦੂਰੋਂ ਪਛਾਣ ਲਿਆ। ਉਹਨਾਂ ਦੀ ਵਾਈਫ ਔਰ ਉਹਨਾਂ ਦਾ ਇੱਕ ਭਾਂਜਾ ਉਹ ਵੀ ਨਾਲ ਆਇਆ ਸੀਗਾ। ਮੇਰੀ ਵਾਈਫ, ਮੇਰਾ ਬੇਟਾ ਅਤੇ ਮੇਰਾ ਗ੍ਰੈਂਡਸਨ, ਇਹ ਅਸੀਂ ਗਏ ਸੀ ਇੱਥੋਂ। ਅਤੇ ਉਹ ਜਾਣ ਤੋਂ ਪਹਿਲਾਂ ਮੈਨੂੰ ਬਹੁਤ ਦਫਾ ਉਹਨੇ ਪੁੱਛਿਆ ਵੀ ਮੈਂ ਤੁਹਾਡੇ ਲਈ ਕੀ ਗਿਫਟ ਲੈ ਕੇ ਆਵਾਂ। ਤਾਂ ਲੇਡੀਜ਼ ਦਾ ਆਪਣੇ ਤੌਰ 'ਤੇ ਗੱਲਬਾਤ ਹੁੰਦੀ ਹੈ ਕਿ ਸਾਡੇ ਲਈ ਇਹ ਚੀਜ਼ ਲਿਆਓ, ਉਹ ਚੀਜ਼ ਲਿਆਓ। ਮੈਨੂੰ ਉਹਨੇ ਕਿਹਾ, ਮੈਂ ਕਿਹਾ ਮੈਨੂੰ ਕੁਛ ਨਹੀਂ ਚਾਹੀਦਾ। ਮੈਂ 2-3 ਵਾਰੀ ਉਹਨੂੰ ਗੱਲ ਨੂੰ ਕਿਹਾ ਵੀ ਸ਼ਾਇਦ ਇਹਦੇ ਕੋਲ ਜੋ ਮੈਂ ਕਹਿਣ ਲੱਗਿਆ ਇਹਦੇ ਕੋਲ ਨਾ ਹੋ ਸਕੇ।
ਤੋ ਕਹਿੰਦਾ ਜੀ ਤੁਸੀਂ ਦੱਸੋ ਤੁਹਾਡੇ ਲਈ ਮੈਂ ਕੀ ਲੈ ਕੇ ਆਵਾਂ। ਮੈਂ ਕਿਹਾ ਮੇਰੇ ਲਈ ਜੇ ਕੋਈ ਕੰਮ ਕਰਨਾ, ਇੱਕੋ ਕੰਮ ਕਰਨਾ ਹੈ, ਤੁਸੀਂ ਸ਼ਾਦਮਾਨ ਚੌਂਕ ਲਾਹੌਰ ਜਾਓ। ਸ਼ਾਦਮਾਨ ਚੌਂਕ ਉਹ ਜਗ੍ਹਾ ਹੈ, ਉੱਥੇ ਹੁਣ ਸ਼ਾਦਮਾਨ ਕਲੋਨੀ ਬਣੀ ਹੋਈ ਹੈ, ਔਰ ਸ਼ਾਦਮਾਨ ਕਲੋਨੀ ਲਾਹੌਰ ਦੀ ਪੁਰਾਣੀ ਸੈਂਟਰਲ ਜੇਲ੍ਹ ਨੂੰ ਢਾਹ ਕੇ ਬਣਾਈ ਗਈ ਸੀਗੀ। 1960 ਦੇ ਵਿੱਚ ਪਾਕਿਸਤਾਨ ਗੌਰਮੈਂਟ ਨੇ ਲਾਹੌਰ ਸੈਂਟਰਲ ਜੇਲ੍ਹ ਨੂੰ ਢਾਹ ਦਿੱਤਾ ਸੀਗਾ, ਔਰ ਇੰਡੀਆ ਗੌਰਮੈਂਟ ਨੇ ਉਸ ਵੇਲੇ ਬੜੀ ਰਿਕੁਐਸਟ ਕੀਤੀ ਸੀ ਕਿ ਇਹਨੂੰ ਨਾ ਢਾਓ ਅਤੇ ਸਾਨੂੰ ਇਹਦਾ ਕੁਛ ਹਿੱਸਾ ਮੈਮੋਰੀਅਲ ਬਣਾਉਣ ਵਾਸਤੇ ਸਾਨੂੰ ਦੇ ਦਿਓ। ਔਰ ਸ਼ਾਦਮਾਨ ਚੌਂਕ ਉਹ ਜਗ੍ਹਾ ਜਿੱਥੇ ਉਸ ਵੇਲੇ ਫਾਂਸੀ ਘਰ ਹੁੰਦਾ ਸੀਗਾ, ਔਰ ਕਰਤਾਰ ਸਿੰਘ ਸਰਾਭਾ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਗਦਰੀ ਬਾਬੇ, ਇਹ ਸਾਰਿਆਂ ਨੇ ਦੇਸ਼ ਦੀ ਕੁਰਬਾਨੀ ਉਸ ਸ਼ਾਦਮਾਨ ਚੌਂਕ ਦਿੱਤੀ ਸੀਗੀ। ਉਹ ਇੱਕ ਐਸੀ ਇੱਕ ਪਵਿੱਤਰ ਜਗ੍ਹਾ ਹੈ। ਤੋ ਮੈਂ ਆਪਣੇ ਦੋਸਤ ਨੂੰ ਕਿਹਾ ਵੀ ਜੇ ਤੂੰ ਉੱਥੇ ਜਾਣਾ ਹੈ ਤਾਂ ਆਉਣਾ ਹੈ ਮੈਨੂੰ ਮਿਲਣ ਲਈ, ਤਾਂ ਇੱਕ ਕੰਮ ਕਰਦਾ, ਸ਼ਾਦਮਾਨ ਚੌਂਕ 'ਚ ਜਾ ਕੇ ਉੱਥੇ ਥੋੜ੍ਹੀ ਮਿੱਟੀ ਚੱਕ ਕੇ ਲੈ ਕੇ ਆ। ਕਿਉਂਕਿ ਮੈਂ ਉਦੋਂ ਕਾਲਜ ਪੜ੍ਹਦਾ ਸੀ ਜਦੋਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਲੁਧਿਆਣੇ ਆਈਆਂ ਸੀਗੀਆਂ, ਲੁਧਿਆਣੇ 'ਚੋਂ ਨਿਕਲੀਆਂ ਸੀਗੀਆਂ। ਮਦਨ ਲਾਲ ਢੀਂਗਰਾ ਦੀ ਅਸਥੀਆਂ ਆਈਆਂ ਸੀ, ਮੈਂ ਉਹਨਾਂ ਦੇ ਦਰਸ਼ਨ ਕੀਤੇ ਸੀ। ਮੈਂ ਖੁਦ ਚੌੜੇ ਬਾਜ਼ਾਰ 'ਚ ਖੜ੍ਹੇ ਹੋ ਕੇ ਉਦੋਂ ਮੱਥਾ ਟੇਕਿਆ ਸੀਗਾ। ਅਤੇ ਭਗਤ ਸਿੰਘ ਇੱਕ ਐਸੀ ਸ਼ਖਸੀਅਤ ਸੀ ਜਿਨ੍ਹਾਂ ਦਾ ਬ੍ਰਿਟਿਸ਼ ਉਸ ਵੇਲੇ ਦੇ ਅੰਪਾਇਰ ਜਿਹੜਾ ਸਾਮਰਾਜੀ ਜਿਹੜਾ ਦੌਰ ਸੀਗਾ, ਉਹਨਾਂ ਦੀ ਖਾਸ ਇੱਕ ਵਿਰੋਧ ਸੀਗਾ ਭਗਤ ਸਿੰਘ ਦੇ ਨਾਲ। ਤੋ ਉਹਨਾਂ ਨੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ਦੇਣ ਤੋਂ ਬਾਅਦ ਨਾ ਕੇਵਲ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ, ਬਲਕਿ ਉਹਨਾਂ ਦੀ ਡੈੱਡ ਬੋਡੀ ਦੇ ਨਾਲ ਵੀ ਬੇਹਰਮਤੀ ਕੀਤੀ, ਔਰ ਕਿਹਾ ਜਾਂਦਾ ਕਿ ਉਹਦੇ ਟੁਕੜੇ ਕਰਕੇ ਉਹਨੂੰ ਬੋਰੀਆਂ 'ਚ ਪਾ ਕੇ ਫਿਰ ਉਹ ਸੰਸਕਾਰ ਲਈ ਉਹ ਤੇ ਕਸੂਰ ਤੋਂ ਅੱਗੇ ਹੁਸੈਨੀ ਵਾਲਾ ਸਾਈਡ ਨੂੰ ਲੈ ਗਏ। ਤੋ ਬਾਕੀ ਸਭ ਵਸਤਾਂ ਭਾਲਾਂ ਸਭ ਚੀਜ਼ਾਂ ਸੀ ਜਿਹੜੀਆਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪਹੁੰਚ ਗਈਆਂ। ਲੇਕਿਨ ਭਗਤ ਸਿੰਘ ਦੇ ਤੌਰ 'ਤੇ ਮੈਂ ਚੂੰਕਿ ਮੇਰਾ ਖੁਦ ਆਪਣਾ ਜਨਮ ਉਸ ਮੁਹੱਲੇ 'ਚ ਹੋਇਆ ਜਿੱਥੇ ਸ਼ਹੀਦ ਸੁਖਦੇਵ ਦਾ ਜਨਮ ਹੋਇਆ ਸੀਗਾ, ਤੋ ਮੈਂ ਵੀ ਉਸੇ ਨਲਕੇ ਦਾ ਪਾਣੀ ਪੀਤਾ ਜਿੱਥੇ ਦਾ ਸ਼ਹੀਦ ਸੁਖਦੇਵ ਨੇ ਪੀਤਾ ਸੀਗਾ। ਤੋ ਉਹਨਾਂ ਦੇ ਪਰਿਵਾਰ ਨਾਲ ਸਾਡੇ ਪੁਰਾਣੇ ਸੰਬੰਧ ਰਹੇ ਆ ਸੁਖਦੇਵ ਹੋਰਾਂ ਦੇ, ਅਤੇ ਮੈਂ ਉਹਨੂੰ ਇਹੀ ਰਿਕੁਐਸਟ ਕੀਤੀ ਫਿਰ ਤੁਸੀਂ ਉਸ ਜਗ੍ਹਾ ਦੀ ਜਿੱਥੇ ਭਗਤ ਸਿੰਘ ਚੱਲ ਕੇ ਗਿਆ, ਜਿਸ ਮਿੱਟੀ ਦੇ ਉੱਤੇ, ਜਿਸ ਮਿੱਟੀ 'ਤੇ ਉਹਦਾ ਖੂਨ ਡੁੱਲਿਆ ਹੋਵੇਗਾ, ਜਦੋਂ ਸਰੀਰ ਦੇ ਟੋਟੇ ਕੀਤੇ ਹੋਣਗੇ, ਤਾਂ ਉੱਥੇ ਦੀ ਮਿੱਟੀ ਮੇਰੇ ਕੋਲ ਲੈ ਕੇ ਆਓ ਪਲੀਜ਼। ਤਾਂ ਉਹ ਮੇਰੇ ਦੋਸਤ ਮਿਸਟਰ ਇਰਫਾਨ ਬਾਰੀ, ਉਹ ਪਾਕਿਸਤਾਨ ਦੇ ਬੜੇ ਮਸ਼ਹੂਰ ਪੋਇਟ ਹੈਗੇ ਸੀਗੇ, ਤੁਫੈਲ ਹੁਸ਼ਿਆਰਪੁਰੀ, ਉਹਨਾਂ ਦੇ ਬੇਟੇ ਹੈ। ਅਤੇ ਸਾਡਾ ਦੋਨਾਂ ਦਾ ਪਿੰਡ ਜਿਹੜਾ ਹੈ ਉਹ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ, ਉਹਨਾਂ ਦਾ ਪਿੰਡ ਬੀਨੇਵਾਲਾ, ਸਾਡਾ ਪਿੰਡ ਜੇਜੋਂ, ਬਿਲਕੁਲ ਨਾਲ ਪਿੰਡ ਹੈਗੇ ਹੈ। ਅਤੇ ਮੇਰੇ ਫਾਦਰ ਨਾਲ ਉਹਨਾਂ ਦੇ ਬੜੇ ਪੁਰਾਣੇ, ਉਸ ਤੋਂ ਪਹਿਲੀ ਜਨਰੇਸ਼ਨ ਦੇ ਵੀ ਤਾਲੁਕਾਤ ਰਹੇ ਹੈ। ਉਹ ਇਰਫਾਨ ਸਾਹਿਬ ਆਪਣਾ ਉੱਥੇ ਰਾਤ ਦੇ ਟਾਈਮ ਗਏ, ਕਹਿੰਦੇ ਦਿਨ ਵੇਲੇ ਟ੍ਰੈਫਿਕ ਬਹੁਤ ਹੁੰਦਾ, ਉੱਥੇ ਰਾਤ ਨੂੰ ਜਾ ਕੇ ਆਪਣੇ ਕਿਸੇ ਹੋਰ ਦੋਸਤ ਨੂੰ ਨਾਲ ਲਿਜਾ ਕੇ ਸ਼ਾਦਮਾਨ ਚੌਂਕ 'ਚੋਂ ਉਹ ਮਿੱਟੀ ਪੱਟ ਕੇ ਉਹ ਥੋੜ੍ਹੀ ਜਿਹੀ ਉਹ ਮੇਰੇ ਲਈ ਲਿਫਾਫੇ 'ਚ ਪਾ ਕੇ ਲਿਆਏ, ਅਤੇ ਉੱਥੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਮੈਂ ਉਹ ਮਿੱਟੀ ਦੋਨੇ ਹੱਥਾਂ 'ਚ ਗ੍ਰਹਿਣ ਕੀਤੀ, ਸਿਰ ਮੱਥੇ ਨਾਲ ਲਗਾਈ, ਔਰ ਜਦੋਂ ਮੈਂ ਉਸ ਮਿੱਟੀ ਨੂੰ ਛੂਹ ਰਿਹਾ ਸੀਗਾ ਤੋ ਮੈਨੂੰ ਇੱਕ ਇਸ ਤਰ੍ਹਾਂ ਦਾ ਔਰਾ ਮਹਿਸੂਸ ਹੋ ਰਿਹਾ ਸੀ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਚਾਹੇ ਸਰੀਰਕ ਰੂਪ 'ਚ ਸਾਡੇ ਨਾਲ ਨਹੀਂ ਹੈ, ਲੇਕਿਨ ਉਹ ਮੇਰੇ ਤੋਂ ਜ਼ਿਆਦਾ ਦੂਰ ਵੀ ਨਹੀਂ ਹੈਗੇ, ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀਗਾ। ਅਤੇ ਫਿਰ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਮੈਂ ਜਦ ਘਰ ਆਇਆ ਤਾਂ ਮੈਨੂੰ ਇਹ ਸਮੱਸਿਆ, ਮੈਂ ਵਾਈਫ ਨਾਲ ਗੱਲ ਕੀਤੀ ਕਿ ਮੈਂ ਇਹਨੂੰ ਆਪਣੀ ਪੂਰੀ ਮਾਨ ਮਰਿਆਦਾ ਨਾਲ ਇਹ ਮਿੱਟੀ ਨੂੰ ਰੱਖਾਂ ਤਾਂ ਮੈਂ ਕਿੱਥੇ ਰੱਖਾਂ। ਅਤੇ ਮੇਰੀ ਵਾਈਫ ਕਹਿਣ ਲੱਗੀ ਕਿ ਮੈਂ ਹੁਣੀ ਬਾਜ਼ਾਰ ਜਾਂਦੀ ਹਾਂ, ਔਰ ਜਾ ਕੇ ਮੈਂ ਉੱਥੋਂ ਚਾਂਦੀ ਦਾ ਕਲਸ਼ ਇੱਕ ਉਹ ਖਰੀਦ ਕੇ ਲੈ ਕੇ ਆਏ, ਅਤੇ ਚਾਂਦੀ ਦੇ ਕਲਸ਼ ਦੇ ਵਿੱਚ ਫਿਰ ਮੈਂ ਮਿੱਟੀ ਉਹ ਪਾ ਕੇ ਆਪਣੀ ਕਲੀਨਿਕ 'ਤੇ ਆਪਣੇ ਜਿਹੜਾ ਮੇਰਾ ਕੰਸਲਟੇਸ਼ਨ ਚੈਂਬਰ ਹੈ, ਮੈਂ ਉੱਥੇ ਉਹਨੂੰ ਪੂਰੇ ਮਾਨ ਸਤਿਕਾਰ ਨਾਲ ਰੱਖਿਆ, ਔਰ ਆਪਣੇ ਸਟਾਫ ਨੂੰ ਕਿਹਾ ਵੀ ਕਿ ਸਵੇਰੇ ਤੁਸੀਂ ਬਕਾਇਦਾ ਦੀ ਧੂਪ ਬੱਤੀ ਕਰਨੀ ਹੈ, ਔਰ ਫੁੱਲ ਰੋਜ਼ ਚੇਂਜ ਕਰਨੇ ਆ, ਔਰ ਇਹਦੀ ਪੂਰੀ ਇੱਜ਼ਤ ਮਾਨ ਹੋਣੀ ਚਾਹੀਦੀ ਹੈ। ਮਿੱਟੀ ਦਾ ਕੁਛ ਹਿੱਸਾ ਮੈਂ ਆਪਣੇ ਕੋਲ ਬਚਾ ਕੇ ਰੱਖ ਲਿਆ, ਕਿਉਂਕਿ ਮੈਂ ਸਮਝਦਾ ਹਾਂ ਕਿ ਸ਼ਹੀਦ ਭਗਤ ਸਿੰਘ ਮੈਮੋਰੀਅਲ ਖਟਕੜ ਕਲਾਂ ਦੇ ਵਿੱਚ ਹੈਗਾ। ਇਸੇ ਤਰ੍ਹਾਂ ਸ਼ਹੀਦ ਸੁਖਦੇਵ ਮੈਮੋਰੀਅਲ ਉਹ ਨੁਕਰਾ ਮਹੱਲਾ ਲੁਧਿਆਣੇ 'ਚ ਹੈਗਾ, ਅਤੇ ਜੇ ਉਹਨਾਂ ਦੀ ਪ੍ਰਬੰਧਕ ਸੰਸਥਾ ਨੂੰ ਇਹ ਮਿੱਟੀ ਚਾਹੀਦੀ ਹੈ ਤਾਂ ਮੈਂ ਉਹਨਾਂ ਨੂੰ ਦੇ ਸਕਦਾ। ਮੈਂ ਆਪਣੇ ਕੋਲ ਸੰਭਾਲ ਕੇ ਰੱਖੀ ਹੋਈ ਹੈ, ਅਤੇ ਕੁਛ ਹਿੱਸਾ ਰੱਖਿਆ, ਕੁਛ ਹਿੱਸਾ ਮੈਂ ਆਪਣੇ ਕਲੀਨਿਕ 'ਤੇ ਰੱਖਿਆ ਹੈ, ਕਿਉਂਕਿ ਆਉਣ ਵਾਲੀ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਦੇ ਹੈਵ ਵੈਰੀ ਪੂਅਰ ਸੈਂਸ ਆਫ ਹਿਸਟਰੀ। ਉਹਨਾਂ ਨੂੰ ਕੋਈ ਤਾਂ ਹਿਸਟਰੀ ਦਾ, ਇਤਿਹਾਸ ਦਾ, ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਸ਼ੌਕ ਨਹੀਂ ਹੈ। ਤਾਂ ਉਸ ਜਨਰੇਸ਼ਨ ਨੂੰ ਦੱਸਣ ਵਾਸਤੇ ਕਿ ਹਾਂ ਇਹ ਉਹ ਪਵਿੱਤਰ ਮਿੱਟੀ ਹੈ, ਉਹ ਸੂਰਮੇ, ਕਿਉਂਕਿ ਭਗਤ ਸਿੰਘ ਇੱਕ ਆਦਮੀ ਦਾ ਨਾਮ ਨਹੀਂ ਹੈ, ਭਗਤ ਸਿੰਘ ਇੱਕ ਸੋਚ ਦਾ ਨਾਮ ਹੈ, ਭਗਤ ਸਿੰਘ ਇੱਕ ਸੰਸਥਾ, ਇੱਕ ਵਿਚਾਰਧਾਰਾ ਦਾ ਨਾਮ ਹੈ, ਜਿਨ੍ਹਾਂ ਨੇ 23 ਸਾਲ ਉਮਰ, ਕੀ ਉਮਰ ਹੁੰਦੀ ਹੈ ਉਹਦੀ, ਇੰਨੀ ਪੁਖਤਾ ਸੋਚ ਸੀਗੀ ਉਹਦੀ ਦੇਸ਼ ਦੀ ਆਜ਼ਾਦੀ ਵਾਸਤੇ ਕਿ ਉਸ ਬੰਦੇ ਨੂੰ ਮਰਨ ਦਾ ਚਾਅ ਹੀ ਚੜ੍ਹਿਆ ਰਿਹਾ। ਤਾਂ ਉਸ ਬਹਾਦਰ ਸੂਰਮੇ ਨੂੰ, ਉਹ ਜਿਹੜੇ ਸ਼ਹੀਦਾਂ ਨੂੰ, ਗਦਰੀ ਬਾਬਿਆਂ ਨੂੰ, ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਮੈਂ ਇਹ ਮਿੱਟੀ ਲਿਆ ਕੇ ਆਪਣੇ ਕੋਲ ਰੱਖੀ ਹੈ।
ਸਰ ਜੇ ਮੈਂ ਗੱਲ ਕਰਾਂ, ਕਿਉਂਕਿ ਅੱਜ ਦੇ ਸਮੇਂ 'ਚ ਜਿਹੜੇ ਸਮੇਂ 'ਚ ਅਸੀਂ ਰਹਿ ਰਹੇ ਹਾਂ, ਤਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸ਼ਹੀਦਾਂ ਦੇ ਨਾਮ ਤੱਕ ਨਹੀਂ ਪਤਾ, ਅਤੇ ਜਿਨ੍ਹਾਂ ਦਾ ਕੋਈ ਨਾ ਕੋਈ ਇਸ ਤਰ੍ਹਾਂ ਵਾਸਤਾ ਹੀ ਨਹੀਂ ਹੁੰਦਾ ਕਿ ਸਾਡੇ ਲਈ ਕੁਰਬਾਨੀਆਂ ਕਿਸ ਨੇ ਦਿੱਤੀਆਂ। ਅਤੇ ਤੁਹਾਡੇ ਦਿਲ ਦੇ ਵਿੱਚ ਭਾਵਨਾਵਾਂ ਸ਼ਹੀਦਾਂ ਪ੍ਰਤੀ, ਦੇਸ਼ ਪ੍ਰਤੀ, ਇਹ ਕਿਵੇਂ ਜਾਗਰੂਕ ਹੁੰਦੀ ਹੈ? ਮੇਰੀ ਜਿਹੜੀ ਪਰਵਰਿਸ਼ ਹੈ ਉਹ ਬੜੇ ਨੈਸ਼ਨਲਿਸਟਿਕ ਮਾਹੌਲ ਦੇ ਵਿੱਚ ਹੋਈ ਸੀਗੀ। ਮੈਨੂੰ ਖੁਦ ਵੀ ਮੈਨੂੰ ਹਿਸਟਰੀ ਦਾ ਬੜਾ ਸ਼ੌਕ ਸੀਗਾ, ਔਰ ਮੈਂ ਆਪਣੇ ਬਚਪਨ ਦੇ ਵਿੱਚ ਜਿਹੜੇ ਆਜ਼ਾਦੀ ਘੁਲਾਟੀਏ ਸੀਗੇ, ਕਿਸੇ ਨੇ ਉਮਰ ਕੈਦ ਦੀ ਸਜ਼ਾ ਪਾਈ ਸੀ, ਈਵਨ ਕਾਲੇ ਪਾਣੀ ਸਜ਼ਾ ਪਾਏ ਹੋਏ ਬੰਦੇ ਵੀ ਮੈਂ ਆਪਣੇ ਬਚਪਨ 'ਚ ਦੇਖੇ ਹੈਗੇ। ਔਰ ਉਹਨਾਂ ਲੋਕਾਂ ਨੂੰ ਇਹ ਗੱਲ ਮੇਰੇ ਦਿਲ 'ਤੇ ਲਿਖੀ ਹੋਈ ਹੈ। ਮੈਂ ਹਜ਼ਾਰਾਂ ਐਸੇ ਲੋਕ ਦੇਖੇ ਹੈ ਜਿਨ੍ਹਾਂ ਨੇ ਕਦੇ ਕੋਈ ਸਰਕਾਰ ਕੋਲ ਪੈਨਸ਼ਨ ਨਹੀਂ ਲਿੱਤੀ, ਕਦੇ ਕੋਈ ਹੋਰ ਮੋਨੀਟਰੀ ਬੈਨੀਫਿਟ ਆਪਣੇ ਪਰਿਵਾਰ ਵਾਸਤੇ ਕਦੇ ਕੁਛ ਨਹੀਂ ਮੰਗਿਆ, ਔਰ ਆਪਣੀ ਜ਼ਿੰਦਗੀ, ਆਪਣੀ ਜਵਾਨੀ ਜਿਹੜੀ ਸਾਰੀ ਸੀ ਉਹਨਾਂ ਨੇ ਇਸ ਕੰਮ ਲਈ ਲਗਾ ਦਿੱਤੀ। ਤਾਂ ਉਹਨਾਂ ਚੀਜ਼ਾਂ ਦਾ ਮੇਰੇ 'ਤੇ ਬੜਾ ਇੰਪਰੈਸ਼ਨ ਸੀਗਾ। ਔਰ ਮੇਰੇ ਫਾਦਰ ਕੋਲ ਇਸ ਤਰ੍ਹਾਂ ਦੇ ਕਈ ਲੋਕ ਆਉਂਦੇ ਰਹਿੰਦੇ ਸੀ ਜਿਹੜੇ ਸੁਤੰਤਰਤਾ ਸੈਨਾਨੀ ਰਹੇ ਆ, ਅਤੇ ਉਹਨਾਂ ਕੋਲ ਬੈਠ ਕੇ ਹੀ ਮੈਂ ਸਿੱਖ ਗਿਆ ਸਾਰਾ। ਫਿਰ ਮੇਰਾ ਦਿਲ ਇਹੀ ਕੀਤਾ ਕਿ ਵੈਸੇ ਗਲਤੀ ਤਾਂ ਸਾਡੀ ਜਨਰੇਸ਼ਨ ਦੀ ਹੈ, ਜਿਹੜੀ ਉਸ ਜਨਰੇਸ਼ਨ ਸੀਗੀ, ਉਹ ਆਪਣੇ ਬੱਚਿਆਂ ਨੂੰ ਇਹ ਨੌਲੇਜ ਇੰਪਾਰਟ ਨਹੀਂ ਕਰ ਸਕੇ ਹਾਂ ਕਿ ਸਾਡੀ ਨੈਸ਼ਨਲ ਮੂਵਮੈਂਟ, ਆਜ਼ਾਦੀ ਮੂਵਮੈਂਟ ਕੀ ਸੀਗੀ। ਤਾਂ ਮੈਂ ਵੀ ਹੁਣ ਆਪਣੇ ਬੱਚਿਆਂ ਨੂੰ ਜਦ ਉਹ ਸਾਰੇ ਜੋ ਦੌਰ ਮੈਂ ਦੇਖਿਆ, ਹਾਲਾਂਕਿ ਮੇਰਾ ਜਨਮ ਆਜ਼ਾਦੀ ਤੋਂ ਬਾਅਦ ਹੋਇਆ, ਲੇਕਿਨ ਉਹ ਸਾਰੇ ਸੂਰਮੇ ਮੈਂ ਦੇਖੇ ਉਹਨਾਂ 'ਚ ਜਿਨ੍ਹਾਂ ਜ਼ਿੰਦਾ ਜਿਹੜੇ ਸੀਗੇ, ਉਹ ਲੁਧਿਆਣੇ ਦੇ ਵਿੱਚ ਵੀ ਸੀਗੇ, ਕਦੇ ਨਾ ਕਦੇ ਹੋਰ ਆ ਜਾਂਦੇ ਸੀਗੇ। ਭਗਤ ਸਿੰਘ ਦੇ ਨਾਲ ਜਿਨ੍ਹਾਂ ਨੇ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਸੀਗਾ, ਬਟੂਕੇਸ਼ਵਰ ਦੱਤ, ਮੈਂ ਉਹਨਾਂ ਦੇ ਦਰਸ਼ਨ ਵੀ ਕੀਤੇ ਹੈ। ਉਦੋਂ ਮੈਂ ਛੋਟਾ ਸੀਗਾ। ਮਾਤਾ ਵਿਦਿਆਵਤੀ ਨੂੰ ਵੀ ਮੈਂ ਦੇਖਿਆ, ਅਤੇ ਉਹ ਕਮੇਟੀ ਬਾਗ ਸੀਗਾ। ਮੈਂ ਉਦੋਂ 8-10 ਸਾਲ ਦਾ ਹੋਵਾਂਗਾ ਮੁਸ਼ਕਿਲ ਨਾਲ, ਅਤੇ ਉਹ ਮੈਨੂੰ ਗਲਿੰਪਸ ਅਜੇ ਤੱਕ ਯਾਦ ਹੈ। ਤੋ ਇੱਕ ਤੁਹਾਡੀ ਜਿਸ ਪਰਵਰਿਸ਼, ਜਿਸ ਸੋਚ, ਜਿਸ ਵਿਚਾਰਧਾਰਾ 'ਚ ਤੁਸੀਂ ਬੜੇ ਹੁੰਦੇ ਹੋ, ਤੋ ਉਮਰ ਭਰ ਤੁਹਾਡੇ ਨਾਲ ਉਹ ਮੂਵਮੈਂਟ, ਉਹ ਲਮਹੇ, ਉਹ ਕਲਚਰ ਤੁਹਾਡੇ ਨਾਲ ਹੀ ਚੱਲਦਾ ਹੈ। ਤੋ ਮੈਨੂੰ ਇਸ ਚੀਜ਼ ਕਰਕੇ ਮੈਂ ਉਸ ਪਾਸੇ ਮੇਰਾ ਧਿਆਨ ਜਾਂਦਾ ਰਿਹਾ। ਸਰ ਮੈਂ ਗੱਲ ਕਰਾਂ ਤਾਂ ਲਾਸਟ ਦੇ ਵਿੱਚ ਹੁਣ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ, ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਕੀ ਮੈਸੇਜ ਆਉਂਦਾ? ਮੈਸੇਜ ਇਹ ਜਾਂਦਾ ਕਿ ਅਸੀਂ ਹਮੇਸ਼ਾ ਦੇਖੋ, ਅੱਜ ਕੱਲ੍ਹ ਦੇ ਯੁੱਗ 'ਚ ਮੈਂ ਇਹ ਨਾਮ ਨਹੀਂ ਲੈਣਾ ਚਾਹੁੰਦਾ ਕਿ ਸਾਡੇ ਐਸੇ ਕਈ ਪਾਰਟੀਆਂ ਦੇ ਲੀਡਰ ਹੈ ਜਿਹਨੂੰ ਕਿਸੇ ਨੇ ਇੱਕ ਪਾਣੀ ਦਾ ਗਲਾਸ ਵੀ ਪਿਲਾਇਆ ਹੋਵੇਗਾ, ਉਹ ਵੀ MLA ਬਣ ਗਿਆ ਅੱਜ ਕੱਲ੍ਹ। ਇੱਦਾਂ ਦੀ ਪਾਰਟੀਆਂ ਵੀ ਸਾਡੇ ਮੁਲਕ 'ਚ ਹੈਗੀਆਂ। ਪਰਿਵਾਰਵਾਦ, ਹੋਰ ਉਸ ਚੀਜ਼ ਨਾਲ ਉਲਝੇ ਹੋਏ ਬੰਦੇ ਸਾਡੇ ਦੇਸ਼ 'ਚ ਬਹੁਤ ਹੈ। ਲੇਕਿਨ ਕਦੇ ਸਾਡੇ ਮਨ 'ਚ ਧਿਆਨ ਨਹੀਂ ਆਇਆ ਕਿ ਇਹ ਲੋਕ ਜਿਹੜੇ ਉਸ ਵੇਲੇ ਛੋਟੀ ਉਮਰਾਂ ਦੇ ਵਿੱਚ ਹੀ ਆਪਣੀ ਜਾਨ ਦੇ ਕੇ ਚਲੇ ਗਏ, ਉਹਨਾਂ ਨੇ ਤਾਂ ਆਜ਼ਾਦੀ ਦਾ ਕੋਈ ਸੁੱਖ ਨਹੀਂ ਮੰਨਿਆ। ਅਸੀਂ ਉਹਨਾਂ ਲਈ ਕੀ ਕੀਤਾ? ਤਾਂ ਉਸ ਭਾਵਨਾ ਦੇ ਨਾਲ ਮੈਂ ਮੇਰੀ ਅਟੈਚਮੈਂਟ ਸੀਗੀ ਉਸ ਚੀਜ਼ ਦੇ ਨਾਲ, ਅਤੇ ਮੈਂ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ, ਕੱਲ੍ਹ ਮੇਰੇ ਪਾਸ ਬਹੁਤ ਲੋਕ ਇਸ ਨੂੰ ਪਵਿੱਤਰ ਮਿੱਟੀ ਨੂੰ ਦਰਸ਼ਨ ਕਰਨ ਵਾਸਤੇ ਆਏ। ਉਹ ਸਾਰੇ ਬੰਦੇ ਇੱਥੇ ਮੱਥਾ ਟੇਕ ਕੇ ਗਏ, ਔਰ 1-2 ਮੇਰੇ ਜਾਣਨ ਵਾਲੇ ਐਸੇ ਸੀਗੇ ਜਿਹੜੇ ਉਹਨਾਂ ਨੇ ਆਪਣੀਆਂ ਨਮ ਅੱਖਾਂ ਨਾਲ ਇੱਥੋਂ ਗਏ ਹੈ। ਤੋ ਇਹ ਇੱਕ ਮੇਰਾ ਮੈਸੇਜ ਹੈ ਸਮਾਜ ਨੂੰ ਔਰ ਨਵੀਂ ਜਨਰੇਸ਼ਨ ਨੂੰ ਕਿ ਆਪਾਂ ਫਜ਼ੂਲ ਰੁਝੇਵਿਆਂ ਤੋਂ ਇਲਾਵਾ ਆਪਣੀ ਇੱਕ ਬਿਲੋਂਗਿੰਗਨੈਸ ਜਿਹੜੀ ਹੈਗੀ ਹੈ, ਸਾਡੀ ਅਟੈਚਮੈਂਟ ਸਾਡੇ ਇਸ ਦੇਸ਼ ਨਾਲ, ਇਸ ਧਰਤੀ ਦੇ ਨਾਲ, ਸਾਡੇ ਜਿਹੜੇ ਹੀਰੋਜ਼ ਰਹੇ ਹੈਗੇ ਆ, ਉਹ ਸਹੀ ਹੀਰੋ ਚੁਣੀਏ ਅਸੀਂ। ਵੀ ਸ਼ੁੱਡ ਨਾਟ ਵਰਸ਼ਿਪ ਰੋਂਗ ਹੀਰੋਜ਼। ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਰਵਿੰਦਰ ਵਾਸਤਾਇਨ, ਤੇ ਜਿਨ੍ਹਾਂ ਨੇ ਪਾਕਿਸਤਾਨ ਜਿਹੜੇ ਜਾਂਦੇ ਨੇ, ਅਤੇ ਦੋਸਤੀ ਦੀ ਗੱਲ ਕਰ ਲਈਏ, ਦੋਸਤੀ ਦੀ ਇੱਕ ਮਿਸਾਲ ਵੀ ਜਿਹੜੀ ਨਜ਼ਰ ਆਉਂਦੀ ਆ। ਪਾਕਿਸਤਾਨ ਜਾਂਦੇ ਨੇ, ਦੋਸਤ ਤੋਂ ਮੰਗ ਕੀ ਕਰਦੇ ਨੇ ਕਿ ਮੈਨੂੰ ਉਹ ਸ਼ਹੀਦਾਂ ਦੇ ਜਿੱਥੇ ਖੂਨ ਡੁੱਲਿਆ ਸ਼ਹੀਦਾਂ ਦਾ, ਉੱਥੋਂ ਦੀ ਮੈਨੂੰ ਮਿੱਟੀ ਚਾਹੀਦੀ ਆ। ਅਤੇ ਉਹਨਾਂ ਦਾ ਦੋਸਤ, ਉਸ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਜਿਹੜਾ ਉਹਨਾਂ ਦੀ ਇਸ ਜਿੱਦ ਦੇ ਅੱਗੇ ਹਾਰ ਜਾਂਦਾ ਅਤੇ ਉੱਥੋਂ ਜਾ ਕੇ ਮਿੱਟੀ ਲੈ ਕੇ ਆਉਂਦਾ, ਜਿੱਥੇ ਕਿ ਕਿਸੇ ਟਾਈਮ ਸ਼ਹੀਦ ਭਗਤ ਸਿੰਘ ਦੀ ਗੱਲ ਕਰ ਲਈਏ, ਰਾਜਗੁਰੂ ਦੀ ਗੱਲ ਕਰ ਲਈਏ, ਸੁਖਦੇਵ ਦੀ ਗੱਲ ਕਰ ਲਈਏ, ਜਿੱਥੇ ਕਿਸ ਟਾਈਮ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ, ਅਤੇ ਕਿਸੇ ਟਾਈਮ ਉਸ ਜਗ੍ਹਾ ਦੇ ਉੱਪਰ ਖੂਨ ਡੁੱਲਿਆ ਸੀ ਉਹਨਾਂ ਦਾ। ਤਾਂ ਇਹਨਾਂ ਦਾ ਦੋਸਤ ਜਿਹੜਾ ਪਾਕਿਸਤਾਨ ਵਿਖੇ ਰਹਿੰਦਾ ਹੈ, ਅਤੇ ਉਹ ਇਹਨਾਂ ਦੀ ਗੱਲ ਮੰਨ ਕੇ ਉੱਥੇ ਜਾਂਦਾ ਅਤੇ ਉੱਥੋਂ ਇੱਕ ਮਿੱਟੀ ਜਿਹੜੀ ਇਹਨਾਂ ਨੂੰ ਲਿਆ ਕੇ ਦਿੰਦਾ। ਅਤੇ ਅੱਜ ਡਾਕਟਰ ਸਾਹਿਬ ਨੇ ਉਹ ਮਿੱਟੀ ਆਪਣੇ ਕੋਲ ਸਾਂਭੀ ਹੋਈ ਹੈ, ਅਤੇ ਇੱਕ ਕਿਤੇ ਨਾ ਕਿਤੇ ਸਮਾਜ ਨੂੰ ਮੈਸੇਜ ਵੀ ਜਾਂਦਾ ਹੈ ਕਿ ਜਿਹੜੀਆਂ ਕੁਰਬਾਨੀਆਂ ਹੋਈਆਂ ਨੇ, ਉਹ ਕੁਰਬਾਨੀਆਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਸ਼ਹੀਦ ਜਿਹੜੇ ਸਾਡੇ ਨੇ, ਸਾਡੀ ਕੌਮ ਦਾ ਸਰਮਾਇਆ ਹੁੰਦੇ ਨੇ ਸ਼ਹੀਦ, ਉਹਨਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਅਤੇ ਅੱਜ ਇੱਕ ਮਿਸਾਲ ਜਿਹੜੀ ਕਾਇਮ ਕਰ ਦਿੱਤੀ ਹੈ ਡਾਕਟਰ ਰਵਿੰਦਰ ਵਾਸਤਾਇਨ ਨੇ, ਜਿਨ੍ਹਾਂ ਨੇ ਪਾਕਿਸਤਾਨ ਤੋਂ ਸ਼ਹੀਦਾਂ ਦਾ ਜਿੱਥੇ ਖੂਨ ਡੁੱਲਿਆ ਉਹ ਮਿੱਟੀ ਲੈ ਕੇ ਆਉਂਦੀ ਹੈ, ਅਤੇ ਅੱਜ ਬੜੀ ਇੱਜ਼ਤ ਦੇ ਨਾਲ ਜਿਹੜਾ ਹੈ ਅਤੇ ਉਸ ਨੂੰ ਸੰਭਾਲ ਕੇ ਰੱਖਿਆ ਹੋਇਆ। ਤੁਸੀਂ ਸਾਡੇ ਨਾਲ ਜੁੜੇ ਹੋ, 10 ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ। ਮੈਂ ਤੁਹਾਡਾ ਦੋਸਤ ਗਗਨ ਸਮਾਦ, ਨਾਲ ਕੈਮਰਾਮੈਨ ਪ੍ਰਿੰਸ ਕੁਮਾਰ।